ब्रह्म दिसै ब्रह्म सुनिए, एक एक वखाणिए। आत्म पसारा करण हारा, एक बिना नहीं जानिए। आप करता आप भुगता, आप कारण किया। बिनवंत नानक सेई जान है, जिन्नी हर रस ਪੀਆ। ਗੁਰਦੇਵ ਦੇ ਇਹਨਾਂ ਬੋਲਾਂ ਦੇ ਅਨੁਸਾਰ ਜਿੰਨਾ ਵੀ ਪਸਾਰਾ ਆਪਾਂ ਵੇਖਦੇ ਪਏ ਹਾਂ, ਸਾਰਾ ਪਸਾਰਾ ਇੱਕ ਬ੍ਰਹਮ ਦਾ ਹੈ, ਓਅੰਕਾਰ ਦਾ ਪਸਾਰਾ ਹੈ। ਸਾਰਾ ਪਸਾਰਾ ਓਅੰਕਾਰ ਹੀ ਸਾਡੇ ਵਿੱਚ ਵਾਰ-ਵਾਰ ਆਉਂਦੇ ਹਨ। ਓਅੰਕਾਰ ਹੀ ਸਰੀਰ ਦਾ ਰੂਪ ਲੈ ਕੇ, ਸਰੀਰ ਧਾਰ ਕੇ ਸਾਡੇ ਵਿੱਚ ਆ ਜਾਂਦੇ ਹਨ। ਤੇ ਜਿੰਨੇ ਵੀ ਆਪਾਂ ਧਾਰਮਿਕ ਗ੍ਰੰਥ ਪੜ੍ਹਦੇ ਹਾਂ, ਇਹ ਧਾਰਮਿਕ ਗ੍ਰੰਥ ਓਅੰਕਾਰ ਦਾ ਹੀ ਸਰੂਪ ਹੈ। ਸਾਰਾ ਪਸਾਰਾ ਓਅੰਕਾਰ ਦਾ ਹੀ ਹੈ। ਅੱਜ ਦੀ ਕਥਾ ਦੇ ਵਿੱਚ ਆਪਾਂ ਗੁਰੂ ਨਾਨਕ ਦੀ ਕਿਰਪਾ ਨਾਲ ਸਮਝਾਂਗੇ ਕਿ ਬ੍ਰਹਮ ਕੀ ਹੈ ਤੇ ਈਸ਼ਵਰ ਕੀ ਹੈ ਤੇ ਜੀਵ ਆਤਮਾ ਕੌਣ ਹੈ। ਧੰਨ ਗੁਰਦੇਵ ਨੇ ਨਾ ਬਾਣੀ ਦੇ ਵਿੱਚ ਆਖਿਆ ਹੈ ਕਿ ਸਿੱਖ ਨੂੰ ਚਾਹੀਦਾ ਹੈ ਕਿ ਆਪਣੇ ਗੁਰੂ ਨੂੰ ਸਮਝੇ ਕਿ ਉਹਦਾ ਗੁਰੂ ਕੌਣ ਹੈ। ਅਸਲ ਵਿੱਚ ਜਿਸ ਤਰ੍ਹਾਂ ਸ਼੍ਰੀ ਕਲਿਆਣ ਦਾਸ ਜੀ ਤਥਾ ਅਰਥਾਤ ਮਹਿਤਾ ਕਾਲੂ ਜੀ, ਉਹ ਇਹੀ ਸਮਝਦੇ ਰਹੇ ਕਿ ਨਾਨਕ ਮੇਰਾ ਪੁੱਤਰ ਹੈ, ਇਹਨੂੰ ਮੈਂ ਪੈਦਾ ਕੀਤਾ ਹੈ ਤੇ ਤ੍ਰਿਪਤਾ ਇਹਦੀ ਮਾਂ ਹੈ। ਮਹਿਤਾ ਕਾਲੂ ਜੀ ਗੁਰੂ ਨਾਨਕ ਨੂੰ ਆਪਣਾ ਪੁੱਤਰ ਹੀ ਸਮਝਦੇ ਰਹੇ ਤੇ ਇਹ ਗਲਤੀ ਸਿੱਖਾਂ ਨੇ ਵੀ ਕੀਤੀ ਹੋਵੇਗੀ, ਜਿਸ ਤਰ੍ਹਾਂ ਅੱਜ ਅਸੀਂ ਕਰਦੇ ਹਾਂ। ਅਸੀਂ ਵੀ ਇਹ ਸਮਝਦੇ ਹਾਂ ਕਿ ਗੁਰੂ ਨਾਨਕ ਜਿਹੜਾ ਹੈ ਉਹ ਤੇ ਇੱਕ ਸਰੀਰ ਹੈ, ਉਸ ਸਰੀਰ ਨੂੰ ਅਸੀਂ ਨਾਨਕ ਕਹਿੰਦੇ ਹਾਂ, ਜਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਹਾਂ, ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਾਂ। ਨਾਨਕ ਜਿਹੜਾ ਅੱਖਰ ਹੈ ਇਹਦੇ ਵਿੱਚ ਬੜੀਆਂ ਬਰਕਤਾਂ ਹਨ। ਨਾਨਕ ਅੱਖਰ ਦਾ ਅਰਥ ਹੈ ਜਿਹੜਾ ਪਾਲਦਾ ਏ, ਜਿਹੜਾ ਧਿਆਨ ਰੱਖਦਾ ਏ, ਜੋ ਸਾਰਿਆਂ ਨੂੰ ਦੇਣ ਵਾਲਾ ਏ। ਪਰ ਉਹ ਸਰੀਰ ਦਾ ਨਾਮ ਰੱਖਿਆ ਗਿਆ ਏ ਨਾਨਕ। ਨਾਨਕ ਦਾ ਅਰਥ ਕੁਝ ਹੋਰ ਹੀ ਬਣਦਾ ਏ, ਪਰ ਅਸੀਂ ਗੁਰੂ ਨਾਨਕ ਸਾਹਿਬ ਦੇ ਸਰੀਰ ਨੂੰ ਸਿਰਫ ਸਰੀਰ ਹੀ ਸਮਝ ਕੇ ਬੈਠੇ ਤੇ ਸਰੀਰ ਕਰਕੇ ਹੀ ਪੂਜਦੇ ਰਹੇ। ਅਸੀਂ ਆਪਣੇ ਸਤਿਗੁਰ ਨੂੰ ਸਮਝਿਆ ਨਹੀਂ। ਜਿਸ ਤਰ੍ਹਾਂ ਮਹਾਭਾਰਤ ਦੇ ਵੇਲੇ ਨਾ ਸ਼੍ਰੀ ਕ੍ਰਿਸ਼ਨ ਨੇ ਆਪਣੇ ਭਗਤ ਅਰਜਨ ਨੂੰ ਉਪਦੇਸ਼ ਦਿੱਤਾ ਸੀ ਕਿ ਅਰਜਨ, ਤੂੰ ਮੈਨੂੰ ਆਪਣਾ ਸਿਰਫ ਸੰਗੀ ਸਾਥੀ ਹੀ ਸਮਝਦਾ ਹੈ। ਤੂੰ ਸਮਝਦਾ ਹੈ ਕਿ ਕ੍ਰਿਸ਼ਨ ਮੇਰਾ ਸਾਰਥੀ ਹੈ, ਕ੍ਰਿਸ਼ਨ ਮੇਰਾ ਰਿਸ਼ਤੇਦਾਰ ਹੈ, ਮੇਰਾ ਸਖਾ ਹੈ। ਤੂੰ ਮੇਰਾ ਨਿਜ ਸਰੂਪ ਨਹੀਂ ਜਾਣਦਾ ਕਿ ਮੇਰਾ ਨਿਜ ਸਰੂਪ ਕੀ ਹੈ। ਇਸੇ ਤਰ੍ਹਾਂ ਸਿੱਖ ਵੀ ਨਹੀਂ ਸਮਝਦੇ ਕਿ ਗੁਰੂ ਨਾਨਕ ਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਜ ਸਰੂਪ ਕੀ ਹੈ। ਤੇ ਜੇ ਅਸੀਂ ਆਪਣੇ ਸਤਿਗੁਰੂ ਨੂੰ ਸਮਝਦੇ ਨਹੀਂ ਤੇ ਫਿਰ ਇਹ ਕੋਈ ਭਗਤੀ ਨਹੀਂ ਤੇ ਨਾ ਇਹ ਕੋਈ ਗੁਰੂ ਪ੍ਰਤੀ ਸਾਡਾ ਸੱਚਾ ਪ੍ਰੇਮ ਹੈ। ਜੇ ਹੁਣ ਬਾਣੀ ਗੁਰੂ ਨੂੰ ਪੜ੍ਹ ਕੇ ਤੇ ਬਾਣੀ ਗੁਰੂ ਦੀ ਕਥਾ ਸੁਣ ਕੇ, ਕੀਰਤਨ ਸੁਣ ਕੇ ਫਿਰ ਵੀ ਆਪਣੇ ਮੁਰਸ਼ਦ ਨੂੰ, ਆਪਣੇ ਇਸ਼ਟ ਨੂੰ, ਆਪਣੇ ਗੁਰਦੇਵ ਨੂੰ ਨਾ ਸਮਝ ਗਏ, ਇੰਨੇ ਸਾਲਾਂ ਤੋਂ ਇਹਦੇ ਨਾਲ ਰਹਿੰਦੇ ਹਾਂ, ਇਹਦੇ ਲਾਗੇ ਬੈਠਦੇ ਹਾਂ, ਇਹਦੇ ਕੋਲ ਆਉਂਦੇ ਹਾਂ, ਇਹਨੂੰ ਮੱਥਾ ਟੇਕਦੇ ਹਾਂ, ਜੇ ਫਿਰ ਵੀ ਆਪਣੇ ਸਤਿਗੁਰ ਨੂੰ ਨਾ ਸਮਝਿਆ
ਤੇ ਫਿਰ ਇਹ ਕੋਈ ਪ੍ਰੇਮ ਨਹੀਂ ਤੇ ਨਾ ਸਾਡੀ ਕੋਈ ਰਿਸ਼ਤੇਦਾਰੀ ਹੈ ਗੁਰੂ ਦੇ ਨਾਲ। ਇੱਕ ਪਤੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਪਤਨੀ ਨੂੰ ਸਮਝੇ, ਇਹਨੂੰ ਕੀ ਚਾਹੀਦਾ ਹੈ, ਸਮੇਂ ਸਿਰ ਕਿਸ ਚੀਜ਼ ਦੀ ਲੋੜ ਹੈ, ਪੈਸੇ ਦੀ ਲੋੜ ਹੈ। ਇਸੇ ਤਰ੍ਹਾਂ ਪਤਨੀ ਨੂੰ ਵੀ ਚਾਹੀਦਾ ਹੈ ਕਿ ਆਪਣੇ ਪਤੀ ਦਾ ਧਿਆਨ ਰੱਖੇ। ਇਹਨੂੰ ਇੰਨੇ ਟਾਈਮ 'ਤੇ ਰੋਟੀ ਚਾਹੀਦੀ ਹੈ, ਇੰਨੇ ਟਾਈਮ 'ਤੇ ਚਾਹ ਚਾਹੀਦੀ ਹੈ, ਇੰਨੇ ਟਾਈਮ 'ਤੇ ਇਹਨੇ ਕੰਮ 'ਤੇ ਜਾਣਾ ਹੈ, ਇੰਨੇ ਟਾਈਮ 'ਤੇ ਇਹਨੇ ਘਰ ਆਉਣਾ ਹੈ। ਮੈਂ ਪਾਣੀ ਗਰਮ ਕਰਾਂ ਜਾਂ ਠੰਡਾ ਕਰਾਂ, ਪਾਣੀ ਦੇਵਾਂ ਪੀਣ ਵਾਸਤੇ, ਜਲ ਪਾਣੀ ਤਿਆਰ ਕਰਾਂ। ਜਿਸ ਪਤਨੀ ਨੂੰ ਆਪਣੇ ਪਤੀ ਦਾ ਖਿਆਲ ਹੀ ਨਹੀਂ ਕਿ ਉਹਨੇ ਕੰਮ 'ਤੇ ਕਦੋਂ ਜਾਣਾ ਹੈ, ਉਹਨੇ ਕਦੋਂ ਆਉਣਾ ਹੈ, ਇਹ ਬਾਹਰ ਕੀ ਕਰਦਾ ਹੈ, ਘਰ ਕੀ ਕਰਦਾ ਹੈ, ਇਹਨੂੰ ਕੱਪੜੇ ਕਿਹੜੇ ਚਾਹੀਦੇ ਹਨ ਜਾਂ ਕਿਹੜੇ ਨਹੀਂ ਚਾਹੀਦੇ, ਫਿਰ ਉਹ ਪਤਨੀ ਦਾ ਆਪਣੇ ਪਤੀ ਨਾਲ ਜਾਂ ਪਤੀ ਦਾ ਆਪਣੀ ਪਤਨੀ ਦੇ ਨਾਲ ਕੋਈ ਪ੍ਰੇਮ ਵਾਲਾ, ਕੋਈ ਨਿੱਜੀ ਸੰਬੰਧ ਥੋੜ੍ਹਾ ਹੋਇਆ, ਜਿਹੜਾ ਇੱਕ ਦੂਜੇ ਨੂੰ ਸਮਝਦਾ ਹੀ ਨਹੀਂ। ਜਿਸ ਤਰ੍ਹਾਂ ਇੱਕ ਮਾਂ ਨਹੀਂ ਆਪਣੇ ਬੱਚੇ ਦਾ ਖਿਆਲ ਰੱਖਦੀ, ਮਾਂ ਨੂੰ ਪਤਾ ਹੁੰਦਾ ਕਿ ਇਹਨੇ ਇਸ ਟਾਈਮ 'ਤੇ ਰੋਣਾ ਹੈ, ਇਹਨੂੰ ਦੁੱਧ ਦੇਣਾ ਹੈ, ਇਸ ਟਾਈਮ 'ਤੇ ਬੱਚੇ ਨੇ ਸਕੂਲੇ ਜਾਣਾ ਹੈ, ਮੈਂ ਇਸ ਟਾਈਮ ਨਾਲ ਉੱਠਾਂਗੀ, ਰੋਟੀ ਬਣਾਵਾਂਗੀ, ਟਿਫਨ ਪੈਕ ਕਰਾਂਗੀ, ਵਰਦੀ ਪਾਵਾਂਗੀ, ਇੰਨੇ ਟਾਈਮ 'ਤੇ ਗੱਡੀ ਨੇ ਆ ਜਾਣਾ ਹੈ, ਇਹਨੂੰ ਮੈਂ ਆਪ ਬਿਠਾਵਾਂਗੀ, ਇੰਨੇ ਟਾਈਮ 'ਤੇ ਛੁੱਟੀ ਹੋਣੀ ਹੈ, ਫਿਰ ਮੈਂ ਲੈਣ ਵੀ ਜਾਣਾ। ਮਾਂ ਨੂੰ ਖਿਆਲ ਹੁੰਦਾ ਹੈ ਨਾ, ਸਮਝਦੀ ਹੈ ਆਪਣੇ ਬੱਚੇ ਨੂੰ। ਇਸੇ ਤਰ੍ਹਾਂ ਜੇ ਸਿੱਖ ਆਪਣੇ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਵੀ ਆਪਣੇ ਗੁਰੂ ਨੂੰ ਨਾ ਸਮਝੇ ਕਿ ਮੇਰਾ ਗੁਰੂ ਕਹਿੰਦਾ ਕੀ ਹੈ, ਤੇ ਫਿਰ ਮੈਂ ਤੇ ਇਹ ਸਮਝਾਂਗਾ ਕਿ ਸਿੱਖ ਦਾ ਫਿਰ ਆਪਣੇ ਗੁਰੂ ਦੇ ਨਾਲ ਕੋਈ ਸੱਚਾ ਸੰਬੰਧ, ਸੱਚੀ ਰਿਸ਼ਤੇਦਾਰੀ ਨਹੀਂ ਹੈ ਤੇ ਨਾ ਹੀ ਇਹਨੇ ਕੋਈ ਭਗਤੀ ਕੀਤੀ ਹੈ। ਦਰਅਸਲ ਦੇ ਵਿੱਚ ਅਸੀਂ ਗੁਰੂ ਨੂੰ ਇੰਨਾ ਹੀ ਸਮਝਦੇ ਹਾਂ ਕਿ ਸੰਗਰਾਂਦ ਵਾਲੇ ਦਿਨ ਜਾਂ ਕੋਈ ਗੁਰੂ ਨਾਨਕ ਦਾ ਗੁਰਪੁਰਬ ਹੁੰਦਾ ਏ ਜਾਂ 10ਵੇਂ ਪਾਤਸ਼ਾਹ ਦਾ ਹੁੰਦਾ ਏ ਤੇ ਆਪਾਂ ਸਾਰੇ ਪਿੰਡ ਨੇ ਗਰਾਈ ਦੇਣੀ ਹੈ, ਉੱਥੇ ਜਾਣਾ ਏ, ਉੱਥੇ ਲੰਗਰ ਲੱਗਣਾ ਏ, ਮਾਲ ਪੂੜਿਆਂ ਦਾ ਲੰਗਰ, ਪਕੌੜਿਆਂ ਦਾ ਲੰਗਰ ਜਾਂ ਸਬਜ਼ੀ ਵਿੱਚ ਪਨੀਰ ਬਣੇਗਾ ਜਾਂ ਗੋਭੀ ਬਣੇਗੀ। ਬਸ ਇਹ ਚੀਜ਼ਾਂ ਖਾਣ ਵਾਸਤੇ ਇੱਥੇ ਆ ਜਾਂਦੇ ਹਾਂ ਕਿ ਇੰਨੇ ਟਾਈਮ 'ਤੇ ਕੀਰਤਨ ਹੋਵੇਗਾ, ਇੰਨੇ ਟਾਈਮ 'ਤੇ ਅਰਦਾਸ ਹੋਣੀ ਹੈ ਤੇ ਆਪਾਂ ਜਾਣਾ ਹੈ। ਇੰਨਾ ਹੀ ਸਮਝਦੇ ਆ ਨਾ ਆਪਣੇ ਸਤਿਗੁਰੂ ਨੂੰ, ਇਹੀ ਸਮਝੇ ਅੱਜ ਤੱਕ। ਇਸ ਤੋਂ ਅੱਗੇ ਥੋੜ੍ਹਾ ਆਪਾਂ ਵਧੇ ਹਾਂ, ਇਸ ਤੋਂ ਤੇ ਅੱਗੇ ਆਪਾਂ ਵਧੇ ਨਹੀਂ। ਜੇ ਕੋਈ ਬੱਚਾ ਨਰਸਰੀ ਕਲਾਸ ਦੇ ਵਿੱਚ ਹੀ ਸਾਰੀ ਉਮਰ ਬਤੀਤ ਕਰ ਦੇਵੇ ਤੇ ਫਿਰ ਉਹ ਬੱਚੇ ਦੀ ਗਲਤੀ ਹੈ, ਟੀਚਰ ਦੀ ਥੋੜ੍ਹਾ ਕੋਈ ਗਲਤੀ ਹੈ। ਬੱਚਾ ਘਰੋਂ ਜਾਂਦਾ ਸਕੂਲੇ, ਪਹਿਲੀ ਕਲਾਸ ਉਹਦੀ ਨਰਸਰੀ ਹੈ, ਦੂਜੀ ਕਲਾਸ ਉਹਦੀ UKG ਹੈ, LKG ਹੈ, ਫਿਰ ਉਹ ਫਸਟ ਕਲਾਸ ਵਿੱਚ ਜਾਂਦਾ ਹੈ, ਸੈਕਿੰਡ, ਥਰਡ, 4, 5th, 6th, ਇਸ ਤਰ੍ਹਾਂ ਕਰਦਿਆਂ +2 ਕਰਦਾ ਏ, ਡਿਗਰੀਆਂ ਕਰਦਾ ਏ, MA BA ਕਈ ਕੁਝ ਕਰਦਾ ਏ, ਫਿਰ ਉਹ ਸਰਟੀਫਿਕੇਟ ਲੈਂਦਾ ਏ, ਇੰਜੀਨੀਅਰ ਬਣਦਾ ਏ, ਚੰਗੀ ਤਨਖਾਹ ਲੈਂਦੀ ਹੈ, ਚੰਗੀ ਉਹਨੂੰ ਪੋਸਟ ਮਿਲਦੀ ਹੈ। ਤੇ ਜੇ ਕੋਈ ਬੱਚਾ ਸਮਝੇ ਕਿ ਮੈਂ ਸਕੂਲੇ ਜਾਣਾ ਤੇ ਬਸ ਨਰਸਰੀ ਕਲਾਸ ਦੇ ਵਿੱਚ ਹੀ ਰਹਿਣਾ, ਇਸ ਤੋਂ ਅੱਗੇ ਕੋਈ ਕਲਾਸ ਨਹੀਂ, ਇਹ ਨਰਸਰੀ ਕਲਾਸ ਹੈ ਕਿ ਆਪਾਂ ਗੁਰੂ ਕੋਲ ਆਉਂਦੇ ਹਾਂ, ਸੰਗਰਾਂਦ ਮਨਾਉਂਦੇ ਹਾਂ, ਮੱਸਿਆ ਮਨਾਉਂਦੇ ਹਾਂ ਤੇ ਲੰਗਰ ਪਾਣੀ ਖਾ ਕੇ, ਕੜਾਹ ਪ੍ਰਸ਼ਾਦ ਖਾ ਕੇ, ਮੱਥਾ ਧਰਤੀ 'ਤੇ ਟੇਕ ਕੇ ਤੇ ਪਿੱਛੇ ਚੱਲ ਜਾਂਦੇ। ਇਹ ਨਰਸਰੀ ਕਲਾਸ ਹੈ, ਅਜੇ ਅਸੀਂ UKG LKG ਫਸਟ ਕਲਾਸ ਵਿੱਚ ਨਹੀਂ ਗਏ। ਕਈ ਸਾਲਾਂ ਤੋਂ ਅਸੀਂ ਸਿੱਖ ਨਰਸਰੀ ਕਲਾਸ ਦੇ ਵਿੱਚ ਹੀ ਪੜ੍ਹੀ ਜਾ ਰਹੇ ਹਨ। ਬਾਣੀ ਪੜ੍ਹਨੀ, ਬਾਣੀ ਦਾ ਅਧਿਐਨ ਕਰਨਾ, ਗੁਰਬਾਣੀ ਦਾ ਅਖੰਡ ਪਾਠ ਕਰਨਾ, ਇਹ UKG ਕਲਾਸ ਹੈ। UKG ਬਾਣੀ ਦੀ ਕਥਾ ਸਿੱਖ ਲੈਣੀ, ਕੀਰਤਨ ਸਿੱਖ ਲੈਣਾ, ਇਹ ਫਸਟ ਕਲਾਸ ਹੈ।
ਪਰ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਇਹ ਕੋਈ ਐਮਏ ਬੀਏ ਕਲਾਸ ਥੋੜ੍ਹਾ ਹੈ। ਐਮਏ ਬੀਏ ਡਿਗਰੀ ਡਿਪਲੋਮਾ ਇੰਜੀਨੀਅਰ ਕਰ ਲੈਣ, ਇਹ ਕਲਾਸਾਂ, ਇਹ ਦਰਜਾ ਕਾਫੀ ਅੱਗੇ ਜਾ ਕੇ ਮਿਲਦਾ ਹੈ। ਇਸ ਦਰਜੇ ਦਾ ਨਾਮ ਹੈ, ਆਪਾਂ ਇਹਨੂੰ ਵੇਖਣਾ ਹੈ ਅਧਿਆਤਮਿਕ ਪੱਖ ਤੋਂ। ਅਧਿਆਤਮਿਕ ਪੱਖ ਆਖਦੇ ਹਨ ਭਗਤੀ ਵਾਲਾ ਪੱਖ, ਭਗਤੀ ਯੋਗ ਤੋਂ। ਭਗਤੀ ਯੋਗ ਅਰਥਾਤ ਆਪਾਂ ਬਾਣੀ ਨੂੰ ਪੜ੍ਹ ਕੇ ਆਪਣੇ ਗੁਰੂ ਨੂੰ ਸਮਝਣਾ ਹੈ ਕਿ ਗੁਰੂ ਕੀ ਕਹਿੰਦਾ ਹੈ। ਪਹੁੰਚਣਾ ਕਿੱਥੇ ਹੈ? ਬ੍ਰਹਮ ਗਿਆਨ ਤੱਕ। ਬ੍ਰਹਮ ਗਿਆਨ ਤੱਕ ਜਾਣਾ ਹੈ। ਹੁਣ ਜਦੋਂ ਆਪਾਂ ਗੁਰੂ ਜੀ ਦੇ ਕੋਲ ਹੁੰਦੇ ਹਾਂ, ਬਾਣੀ ਗੁਰੂ ਦੇ ਕੋਲ, ਤੇ ਬਾਣੀ ਗੁਰੂ ਜੀ ਸਾਨੂੰ ਦੱਸਦੀ ਹੈ, ਜੇ ਤੁਸੀਂ ਮੈਨੂੰ ਸਮਝਣਾ ਚਾਹੁੰਦੇ ਹੋ, ਬਾਣੀ ਗੁਰੂ ਜੀ ਦਾ ਫੈਸਲਾ ਹੈ। ਬਾਣੀ ਗੁਰੂ ਜੀ ਚਾਹੁੰਦੀ ਹੈ, ਜੇ ਤੁਸੀਂ ਮੈਨੂੰ ਸਮਝਣਾ ਚਾਹੁੰਦੇ ਹੋ, ਫਿਰ ਤੁਹਾਨੂੰ ਸੰਤ ਜਨਾਂ ਦਾ ਸੰਗ ਕਰਨਾ ਪਵੇਗਾ, ਗੁਰਮੁਖ ਜਨਾਂ ਦਾ ਤੁਹਾਨੂੰ ਸੰਗ ਕਰਨਾ ਪਵੇਗਾ। ਜਿਸ ਤਰ੍ਹਾਂ ਸਕੂਲ ਵਿੱਚ ਇੱਕ ਜਾਂਦਾ ਬੱਚਾ, ਜਿਹੜਾ ਬੱਚਾ ਸਕੂਲ ਵਿੱਚ ਜਾਂਦਾ ਹੈ, ਜੇ ਉੱਥੇ ਕੋਈ ਟੀਚਰ ਨਾ ਹੋਵੇ ਤੇ ਬੱਚਾ ਕਿਤਾਬਾਂ ਪੜ੍ਹ ਕੇ ਕਦੇ ਡਿਗਰੀਆਂ ਪਾਸ ਥੋੜ੍ਹਾ ਕਰ ਸਕਦਾ ਹੈ, ਕੋਈ ਡਿਗਰੀ ਨਹੀਂ ਲੈ ਸਕਦਾ। ਬੱਚਾ ਪਹਿਲੀ ਕਲਾਸ ਤੋਂ ਦੂਜੀ ਕਲਾਸ, ਤੀਜੀ ਕਲਾਸ ਵਿੱਚ ਨਹੀਂ ਜਾ ਸਕਦਾ ਜੇ ਸਕੂਲ ਦੇ ਵਿੱਚ ਕੋਈ ਅਧਿਆਪਕ ਹੀ ਨਾ ਹੋਵੇ। ਇਸੇ ਤਰ੍ਹਾਂ ਜੇ ਤੁਸੀਂ ਅਧਿਆਤਮਿਕ ਰਸਤੇ ਦੇ ਵਿੱਚ, ਮਾਰਗ ਦੇ ਵਿੱਚ ਤਰੱਕੀ ਕਰਨਾ ਚਾਹੁੰਦੇ ਹੋ ਬਾਣੀ ਦੇ ਜ਼ਰੀਏ, ਜੇ ਤੁਸੀਂ ਸਤਿਗੁਰੂ ਨੂੰ ਸਮਝਣਾ ਚਾਹੁੰਦੇ ਹੋ, ਬਾਣੀ ਗੁਰੂ ਨੂੰ ਸਮਝ ਕੇ ਤੇ ਬ੍ਰਹਮ ਗਿਆਨ ਤੱਕ ਜਾਣਾ ਚਾਹੁੰਦੇ ਹੋ, ਬ੍ਰਹਮ ਨੂੰ ਪਾਉਣਾ ਚਾਹੁੰਦੇ ਹੋ, ਬ੍ਰਹਮ ਨੂੰ ਸਮਝਣਾ ਚਾਹੁੰਦੇ ਹੋ, ਫਿਰ ਇੱਥੇ ਸਾਨੂੰ ਸੰਤ ਜਨਾਂ ਦੀ ਲੋੜ ਪੈਂਦੀ ਹੈ। ਸੰਤ ਜਨਾਂ ਤੋਂ ਬਿਨਾਂ ਅਸੀਂ ਅਧਿਆਤਮਿਕ ਪੱਖ ਦੇ ਵਿੱਚ ਕਦੇ ਵੀ ਤਰੱਕੀ ਨਹੀਂ ਕਰ ਸਕਦੇ। ਸੰਤ ਜਨਾਂ ਦੀ ਬੜੀ ਲੋੜ ਹੁੰਦੀ ਹੈ। ਸੰਤ ਪਤਾ ਕੌਣ ਹੁੰਦਾ ਹੈ? ਜਿਸ ਤਰ੍ਹਾਂ ਅੱਗ ਨਹੀਂ ਹੁੰਦੀ, ਅੱਗ ਦਾ ਸੁਭਾਅ ਨਿੱਘ ਦੇਣਾ। ਇਸੇ ਤਰ੍ਹਾਂ ਜੇ ਕਿਸੇ ਨੂੰ ਪਾਲਾ ਲੱਗਦਾ ਹੋਵੇ ਨਾ, ਪਾਲਾ ਲੱਗਦਾ ਹੋਵੇ, ਜੇ ਉਹ ਅੱਗ ਦੇ ਬਿਲਕੁਲ ਨੇੜੇ ਚਲਾ ਜਾਵੇ ਤੇ ਅੱਗ ਦਾ ਸੁਭਾਅ ਹੈ ਉਹਨੂੰ ਨਿੱਘ ਦੇਣਾ ਹੈ। ਜੇ ਅਸੀਂ ਅੱਗ ਤੋਂ ਕਾਫੀ ਦੂਰ ਹਟ ਕੇ ਬੈਠੇ ਰਵਾਂਗੇ, ਅੱਗ ਦਾ ਸਾਨੂੰ ਨਿੱਘ ਨਹੀਂ ਆ ਸਕਦਾ। ਅਸਲ ਵਿੱਚ ਸੰਤ ਉਹੀ ਹੈ ਜਿਹੜਾ ਬ੍ਰਹਮ ਤੱਕ ਆਪ ਪਹੁੰਚਿਆ ਏ ਤੇ ਤੁਹਾਨੂੰ ਵੀ ਲੈ ਜਾਵੇ। ਉਹ ਸੰਤ ਹੈ ਜਿਹਦੇ ਅੰਦਰ ਅੱਗ ਬਲਦੀ ਹੈ, ਨਾਮ ਦੀ ਅਗਨੀ ਬਲਦੀ ਹੈ, ਉਹ ਤੁਹਾਨੂੰ ਵੀ ਨਿੱਘ ਦੇ ਸਕਦਾ ਏ। ਇੱਥੇ ਅੱਗ ਦਾ ਅਰਥ ਹੈ ਗਿਆਨ, ਇੱਥੇ ਅੱਗ ਦਾ ਅਰਥ ਹੈ ਨਾਮ ਦਾ ਪ੍ਰਕਾਸ਼, ਨਾਮ ਦਾ ਚਾਨਣ। ਜਿਹਨੇ ਆਪ ਉਹ ਚਾਨਣ, ਜਿਹਨੇ ਆਪ ਉਹ ਅਨਹਦ ਬਾਣੀ ਨੂੰ, ਨਾਦ ਨੂੰ ਅਨੁਭਵ ਕੀਤਾ ਹੈ, ਉਹ ਤੁਹਾਨੂੰ ਵੀ ਕਰਾ ਦੇਵੇ। ਉਹ ਸੰਤ ਹੈ। ਤੇ ਜਿਹੜਾ ਵਿਚਾਰਾ ਅੱਜ ਲੱਤਾਂ ਗੋਡੇ ਤੁਹਾਡੇ ਕੋਲ ਘਟਾਈ ਜਾਂਦਾ ਏ, ਤੇਲ ਦੀਆਂ ਮਾਲਸ਼ਾਂ ਕਰਾਈ ਜਾਂਦਾ ਏ, ਜਿਹੜਾ ਤੁਹਾਨੂੰ ਆਖੀ ਜਾਂਦਾ ਏ ਇੰਨੇ ਪਾਠ ਕਰ ਲਵੋਗੇ ਨਾ, ਤੇ ਮੇਰੀ ਪੱਕੀ ਗਰੰਟੀ ਹੈ ਕਿ ਤੁਹਾਡੇ ਘਰ ਵਿੱਚ ਐਤਕੀ ਲੜਕਾ ਪੱਕਾ ਆਵੇਗਾ। ਜੇ ਤੁਸੀਂ ਫਲਾਨੀ ਜਗ੍ਹਾ ਤੇ ਲੜੀ ਦੇ ਵਿੱਚ ਇੰਨੇ ਅਖੰਡ ਪਾਠ ਕਰਾ ਦੇਵੋਗੇ, ਮੇਰੀ ਪੱਕੀ ਗਰੰਟੀ ਹੈ ਕਿ ਇਸ ਵਾਰ ਤੁਹਾਡਾ ਬੱਚਾ ਪੱਕਾ ਅਮਰੀਕਾ ਦੇ ਵਿੱਚ ਸੈਟਲ ਹੋ ਜਾਵੇਗਾ। ਉਹ ਸੰਤ ਦੀ ਸਾਨੂੰ ਕੋਈ ਲੋੜ ਨਹੀਂ ਹੈ। ਖਾਸ ਤੌਰ 'ਤੇ ਸਿੱਖ ਨੂੰ ਸੰਤ ਉਹ ਨਹੀਂ ਹੁੰਦਾ ਜੋ ਸਾਡੇ ਵਿਜੇ ਲਾ ਰਿਹਾ। ਵਿਜੇ ਲਾਉਣ ਦਾ ਕੰਮ ਤੇ ਫਿਰ ਏਜੰਟਾਂ ਦਾ ਵੀ ਹੈ। ਉਹਨਾਂ ਨੂੰ ਜਾ ਕੇ ਮੱਥੇ ਕਿਉਂ ਨਹੀਂ ਆਪਾਂ ਟੇਕਦੇ ਏਜੰਟਾਂ ਨੂੰ? ਅਸਲ ਵਿੱਚ ਪਰਮੇਸ਼ਰ ਦੇ ਘਰ ਦਾ ਏਜੰਟ ਹੈ ਸੰਤ। ਸੰਤ ਉਹ ਹੈ ਜਿਹੜਾ ਆਪ ਮਾਲਕ ਦੇ ਦੇਸ਼ ਗਿਆ ਹੋਵੇ, ਤੁਹਾਨੂੰ ਵੀ ਲੈ ਜਾਵੇ। ਉਹ ਹੈ ਏਜੰਟ ਪਰਮੇਸ਼ਰ ਦੇ ਘਰ ਦਾ। ਤੇ ਬਾਣੀ ਗੁਰੂ ਜੀ ਆਖਦੀ ਹੈ, ਜੇ ਤੁਸੀਂ ਸਤਿਗੁਰੂ ਜੀ ਨੂੰ, ਜੇ ਤੁਸੀਂ ਗੁਰੂ ਜੀ ਨੂੰ ਸਮਝਣਾ ਚਾਹੁੰਦੇ ਹੋ,
ਸੰਤ ਜਨਾਂ ਦੀ ਬੜੀ ਲੋੜ ਪੈਂਦੀ ਹੈ। ਸੰਤ ਜਨ ਸਾਨੂੰ ਦੱਸਦੇ ਹਨ ਕਿ ਜੀਵ ਨੇ ਜਾਣਾ ਹੈ, ਆਤਮਾ ਨੇ ਜਾਣਾ ਹੈ ਬ੍ਰਹਮ ਤੱਕ। ਬ੍ਰਹਮ ਤੋਂ ਜਾਣ ਤੋਂ ਪਹਿਲਾਂ ਜਿਹੜਾ ਗੁਰੂ ਹੈ ਨਾ, ਉਹ ਜੀਵ ਆਤਮਾ ਦਾ ਤੇ ਈਸ਼ਵਰ ਦੀ ਅਭੇਦਤਾ ਕਰਵਾਉਂਦਾ ਹੈ। ਜੀਵ ਆਤਮਾ ਅਤੇ ਈਸ਼ਵਰ, ਪਹਿਲਾਂ ਜੀਵ ਆਤਮਾ ਦੀ ਅਭੇਦਤਾ ਈਸ਼ਵਰ ਦੇ ਨਾਲ ਹੁੰਦੀ ਹੈ। ਜਦੋਂ ਈਸ਼ਵਰ ਨੂੰ ਸਮਝ ਲਵੇ, ਉਸ ਤੋਂ ਬਾਅਦ ਜੀਵ ਆਤਮਾ, ਕੱਲੀ ਆਤਮਾ, ਜੀਵ ਵੀ ਨਾਲ ਜੁੜਦਾ ਹੈ ਨਾ। ਜੀਵ ਹੈ ਸਾਡਾ ਸਰੀਰ, ਤੇ ਆਤਮਾ ਜੋ ਸਰੀਰ ਵਿੱਚ ਰਹਿੰਦੀ ਹੈ, ਕਿਉਂਕਿ ਸਰੀਰ ਹੋਵੇਗਾ ਤਾਂ ਹੀ ਆਪਾਂ ਭਗਤੀ ਕਰ ਸਕਾਂਗੇ। ਕੱਲੀ ਆਤਮਾ ਨੇ ਥੋੜ੍ਹਾ ਭਗਤੀ ਕਰਨੀ। ਇਸ ਲਈ ਆਤਮਾ ਸਰੀਰ ਵਿੱਚ ਆਉਂਦੀ ਹੈ, ਸਰੀਰ ਦੀ ਸਹਾਇਤਾ ਦੇ ਨਾਲ ਭਗਤੀ ਕੀਤੀ ਜਾਂਦੀ ਹੈ, ਤਾਂ ਆਤਮਾ ਅਧਿਆਤਮਿਕ ਮਾਰਗ 'ਤੇ ਤਰੱਕੀ ਕਰਦੀ ਹੈ ਤੇ ਆਪਣੀ ਮੰਜ਼ਿਲ ਬ੍ਰਹਮ ਤੱਕ ਪਹੁੰਚਦੀ ਹੈ। ਪਹਿਲਾਂ ਇਹਦਾ ਮਿਲਾਪ ਈਸ਼ਵਰ ਦੇ ਨਾਲ ਹੁੰਦਾ ਹੈ। ਈਸ਼ਵਰ ਵੱਖਰਾ ਹੈ ਤੇ ਬ੍ਰਹਮ ਵੱਖਰਾ ਹੈ। ਬ੍ਰਹਮ ਨੇ ਹੀ ਈਸ਼ਵਰ ਨੂੰ ਪੈਦਾ ਕੀਤਾ ਹੈ। ਜਿੰਨਾ ਵੀ ਪਸਾਰਾ ਆਪਾਂ ਵੇਖਦੇ ਹਾਂ ਨਾ, ਇਹ ਸਾਰਾ ਪਸਾਰਾ ਬ੍ਰਹਮ ਦਾ ਹੀ ਹੈ। ਆਪਾਂ ਇਸ ਤਰ੍ਹਾਂ ਸਮਝੀਏ, ਵੇਖੋ, ਜਿਸ ਤਰ੍ਹਾਂ ਆਪਣੇ ਦੇਸ਼ ਦਾ ਪ੍ਰਾਈਮ ਮਿਨਿਸਟਰ, ਪ੍ਰਧਾਨ ਮੰਤਰੀ, ਇੱਕ ਹੁੰਦਾ ਹੈ ਦੇਸ਼ ਦਾ ਪ੍ਰਧਾਨ ਮੰਤਰੀ, ਪ੍ਰਾਈਮ ਮਿਨਿਸਟਰ, ਇੱਕ ਹੁੰਦਾ ਹੈ ਮੁੱਖ ਮੰਤਰੀ, ਸੀਐਮ। ਸੀਐਮ ਤੇ ਪ੍ਰਾਈਮ ਮਿਨਿਸਟਰ ਦੇ ਵਿੱਚ ਫਰਕ ਹੈ ਨਾ, ਫਰਕ ਹੈ। ਜਿਹੜਾ ਸੀਐਮ ਹੈ, ਜਿਹੜਾ ਮੁੱਖ ਮੰਤਰੀ ਹੈ, ਉਹਨੇ ਸਿਰਫ ਇੱਕੋ ਸੂਬਾ ਚਲਾਉਣਾ ਹੈ, ਪੰਜਾਬ ਦਾ ਇੱਕੋ ਸੂਬਾ। ਤੇ ਜਿਹੜਾ ਪ੍ਰਾਈਮ ਮਿਨਿਸਟਰ ਹੈ, ਪ੍ਰਧਾਨ ਮੰਤਰੀ, ਉਹਨੇ ਸਾਰੇ ਦੇਸ਼ ਨੂੰ ਚਲਾਉਣਾ ਹੈ। ਸਾਰਾ ਦੇਸ਼ ਉਹਦੇ ਹੱਥਾਂ ਦੇ ਵਿੱਚ ਹੈ, ਸਾਰਾ ਦੇਸ਼। ਮੁੱਖ ਮੰਤਰੀ ਦੇ ਕੋਲ ਇੱਕੋ ਹੀ ਰਾਜ ਹੈ। ਅਸਲ ਵਿੱਚ ਇਹ ਜਿੰਨੇ ਵੀ ਅਹੁਦੇ ਮਿਲੇ ਹਨ, ਇਹ ਸਾਰੇ ਅਹੁਦਿਆਂ ਤੋਂ ਵੱਡਾ ਅਹੁਦਾ ਹੈ ਪ੍ਰਧਾਨ ਮੰਤਰੀ ਦਾ। ਉਸ ਤੋਂ ਛੋਟੇ ਦਰਜੇ ਹਨ। ਸਾਰਿਆਂ ਦੀਆਂ ਡਿਊਟੀਆਂ ਲਾਈਆਂ ਹਨ, ਤੇਰੀ ਆਹ ਡਿਊਟੀ ਹੈ, ਤੇਰੀ ਆਹ ਜ਼ਿੰਮੇਵਾਰੀ ਹੈ। ਜਿਸ ਤਰ੍ਹਾਂ ਪਿੰਡ ਦਾ ਸਰਪੰਚ ਲੈਂਦਾ ਹੈ ਸਾਰੇ ਫੈਸਲੇ, ਉਸ ਤੋਂ ਥੱਲੇ ਹੁੰਦੀ ਹੈ ਪੰਚਾਇਤ, ਪੰਚ ਜਨ ਜੋ ਸਰਪੰਚ ਨੇ ਫੈਸਲਾ ਦੇਣਾ ਹੈ, ਪੰਚ ਜਨਾਂ ਨੇ ਉਹੀ ਫੈਸਲਾ ਅੱਗੇ ਸੁਣਾਉਣਾ। ਵੱਡਾ ਕੌਣ ਹੋ ਗਿਆ? ਸਰਪੰਚ। ਵੱਡਾ ਕੌਣ ਹੋ ਗਿਆ? ਪ੍ਰਾਈਮ ਮਿਨਿਸਟਰ, ਪ੍ਰਧਾਨ ਮੰਤਰੀ। ਸੀਐਮ ਇਹ ਛੋਟਾ ਹੈ, ਸੀਐਮ ਇਹਦਾ ਛੋਟਾ ਦਰਜਾ ਹੈ। ਇਸੇ ਤਰ੍ਹਾਂ ਬ੍ਰਹਮ ਕੌਣ ਹੈ? ਪ੍ਰਾਈਮ ਮਿਨਿਸਟਰ। ਬ੍ਰਹਮ ਸਭ ਤੋਂ ਵੱਡਾ ਹੈ। ਸੀਐਮ ਕੌਣ ਹੈ? ਈਸ਼ਵਰ। ਈਸ਼ਵਰ ਨੂੰ ਪੈਦਾ ਕਰਨ ਵਾਲਾ ਬ੍ਰਹਮ ਹੀ ਹੈ। ਓੰਕਾਰ, ਸਾਰਾ ਕੁਝ ਉਹਦਾ ਪਸਾਰਾ ਹੈ, ਮਾਲਕ ਦਾ। ਓੰਕਾਰ ਓਤਪਾਤੀ ਕੀਆ ਦਿਨਸ ਸਭ ਰਾਤੀ। ਸੋ ਈਸ਼ਵਰ ਅਤੇ ਜੀਵ ਆਤਮਾ, ਇਹ ਦੋਵਾਂ ਦੇ ਵਿੱਚ ਫਰਕ ਤੇ ਹੈ ਵੱਖੋ ਵੱਖਰਾ, ਪਰ ਇਹਨਾਂ ਦੋਵਾਂ ਦੀ ਅਵਸਥਾ ਇੱਕੋ ਜਿਹੀ ਹੈ। ਜਿਸ ਤਰ੍ਹਾਂ ਜੀਵ ਆਪਾਂ ਸੌਂਦੇ ਹਾਂ, ਜਾਗਦੇ ਹਾਂ, ਸੁਪਨਾ ਲੈਂਦੇ ਹਾਂ, ਇਸੇ ਤਰ੍ਹਾਂ ਜਿਹੜਾ ਈਸ਼ਵਰ ਹੈ ਨਾ, ਈਸ਼ਵਰ ਹੀ ਸੌਂਦਾ ਹੈ, ਉਹ ਵੀ ਜਾਗਦਾ ਹੈ, ਉਹ ਵੀ ਸੁਪਨਾ ਲੈਂਦਾ ਹੈ। ਤੇ ਇਹ ਵਿਸ਼ਾ ਬੜਾ ਬਰੀਕ, ਕਿਉਂਕਿ ਗੁਰਬਾਣੀ ਸਾਨੂੰ ਈਸ਼ਵਰ ਦਾ ਤੇ ਬ੍ਰਹਮ ਦਾ ਭੇਜ ਦਿੰਦੀ ਹੈ। ਗੁਰਬਾਣੀ ਦਾ ਪ੍ਰਯੋਜਨ, ਮਨੋਰਥ ਇਹੀ ਹੈ ਕਿ ਆਤਮਾ ਤੇ ਪਰਮਾਤਮਾ ਦਾ ਆਪਸੀ ਮਿਲਾਪ ਹੋ ਜਾਵੇ। ਆਪਸੀ ਮਿਲਾਪ, ਜਦੋਂ ਮਿਲਾਪ ਦੀ ਗੱਲ ਤੁਰਦੀ ਹੈ, ਫਿਰ ਪਹਿਲਾਂ ਈਸ਼ਵਰ ਦੇ ਨਾਲ ਸਾਡਾ ਮਿਲਾਪ ਹੁੰਦਾ ਹੈ, ਉਹਦੇ ਵਿੱਚ ਅਭੇਦਤਾ ਹੁੰਦੀ ਹੈ। ਕਿਉਂਕਿ ਹੈ ਤੇ ਦੋਵੇਂ ਜਾਣੇ ਇੱਕੋ ਹੀ, ਜੀਵ ਅਤੇ ਈਸ਼ਵਰ ਦੋਵੇਂ ਇੱਕੋ ਹੀ ਹਨ। ਦੋਵਾਂ ਦੇ ਵਿੱਚ ਫਰਕ ਹੈ। ਦੋਵਾਂ ਦੇ ਵਿੱਚ ਫਰਕ ਇੰਨਾ ਹੈ ਕਿ ਉਹ ਥੋੜ੍ਹਾ ਜਿਹਾ ਜ਼ਿਆਦਾ ਪਾਵਰਫੁੱਲ ਹੀ ਹੈ ਤੇ ਸਾਡੇ ਵਿੱਚ ਪਾਵਰ ਥੋੜ੍ਹੀ ਘੱਟ ਹੈ। ਪਾਵਰ ਜਿਸ ਤਰ੍ਹਾਂ ਕਿ 0 ਵਾਟ ਦਾ ਬਲਬ ਹੁੰਦਾ ਹੈ, ਇੱਕ ਹੁੰਦਾ ਹੈ 100 ਵਾਟ ਦਾ, 1000 ਵਾਟ ਦਾ ਵੀ ਕੋਈ ਹੋਵੇਗਾ। ਸਾਡੇ ਵਿੱਚ ਜਿਹੜੀ ਪਾਵਰ ਹੈ ਉਹ 0 ਵਾਟ ਜਿੰਨੀ ਹੈ। ਤੇ ਇੱਕ ਹੁੰਦਾ ਹੈ 100 ਵਾਟ ਦਾ ਬਲਬ, ਉਹਦੇ ਵਿੱਚ ਪਾਵਰ ਜ਼ਿਆਦੀ ਹੈ।
ਪਰ ਇਹ ਗੱਲ ਚੇਤੇ ਵਿੱਚ ਰੱਖੋ ਕਿ ਦੋਵਾਂ ਦੇ ਵਿੱਚ ਬਿਜਲੀ ਆ ਰਹੀ, ਦੋਵਾਂ ਦੇ ਵਿੱਚ ਕਰੰਟ ਹੈ, ਬਿਜਲੀ ਹੈ। ਇੱਕ ਦੇ ਵਿੱਚ ਬਿਜਲੀ ਕਰੰਟ ਜ਼ਿਆਦਾ ਹੈ, ਇੱਕ ਦੇ ਵਿੱਚ ਕਰੰਟ ਥੋੜ੍ਹਾ ਘੱਟ ਹੈ। ਜਿਸ ਤਰ੍ਹਾਂ ਨਦੀਆਂ ਦੇ ਵਿੱਚ ਵੀ ਪਾਣੀ ਹੁੰਦਾ ਹੈ, ਸਮੁੰਦਰ ਦੇ ਵਿੱਚ ਵੀ ਪਾਣੀ ਹੈ। ਨਦੀ ਦੇ ਵਿੱਚ ਜਿਹੜਾ ਪਾਣੀ ਹੈ, ਨਦੀ ਦਾ ਆਕਾਰ ਛੋਟਾ ਹੈ, ਝਰਨਿਆਂ ਦਾ ਆਕਾਰ ਛੋਟਾ ਹੈ, ਸਮੁੰਦਰ ਦਾ ਆਕਾਰ ਵੱਡਾ ਹੈ ਤੇ ਦੋਵਾਂ ਦੇ ਵਿੱਚ ਪਾਣੀ। ਇਸ ਤਰ੍ਹਾਂ ਜੀਵ ਆਤਮਾ ਅਤੇ ਈਸ਼ਵਰ ਦੋਵਾਂ ਦਾ ਸਰੂਪ ਇੱਕੋ ਹੀ ਹੈ, ਦੋਵੇਂ ਇੱਕੋ ਜਿਹੇ ਹਨ। ਫਰਕ ਇੰਨਾ ਹੈ ਕਿ ਈਸ਼ਵਰ ਦੇ ਵਿੱਚ ਤਾਕਤ ਬਹੁਤ ਜ਼ਿਆਦੀ ਹੈ, ਉਹਦੇ ਵਿੱਚ ਸਮਰੱਥਾ ਜ਼ਿਆਦੀ ਹੈ, ਸ਼ਕਤੀਆਂ ਦਾ ਮਾਲਕ ਹੈ, ਤੇ ਸਾਡੇ ਵਿੱਚ ਕੁਝ ਵੀ ਨਹੀਂ। ਸਾਡੇ ਵਿੱਚ ਹੈ ਅਗਿਆਨ, ਸਾਡੇ ਵਿੱਚ ਹੈ ਅਵਿਦਿਆ, ਅਵੇਅਰਨੈਸ, ਤੇ ਈਸ਼ਵਰ ਦੇ ਵਿੱਚ ਗਿਆਨ ਬਹੁਤ ਜ਼ਿਆਦਾ ਹੈ, ਉਹਦੇ ਵਿੱਚ ਪ੍ਰਕਾਸ਼ ਬਹੁਤ ਜ਼ਿਆਦਾ ਹੈ। ਅਨਹਦ ਬਾਣੀ ਦੀਆਂ ਧੁਨਾਂ ਉਹਦੇ ਵਿੱਚ ਗੂੰਜਦੀਆਂ ਪਈਆਂ ਹਨ। ਨਿਮਰਤਾ ਵਾਲਾ ਸੁਭਾਅ ਹੈ, ਪ੍ਰੇਮ ਵਾਲਾ ਸੁਭਾਅ ਹੈ। ਇਸ ਤੋਂ ਉਲਟ ਸਾਡੇ ਵਿੱਚ ਈਰਖਾ ਭਰੀ ਹੈ, ਦਵੈਸ਼ ਭਰੀ ਹੈ, ਕੁੜੱਤਣ ਭਰੀ ਹੈ। ਨਿਮਰਤਾ ਸਾਡੇ ਲਾਗੇ ਤਾਗੇ ਵੀ। ਇਸ ਲਈ ਧੰਨ ਗੁਰਦੇਵ ਜੀ ਆਖਦੇ ਹਨ ਕਿ ਇਹ ਈਸ਼ਵਰ ਦਾ ਸਰੂਪ ਹੈ, ਈਸ਼ਵਰ ਦਾ। ਪਰ ਈਸ਼ਵਰ ਨੂੰ ਪੈਦਾ ਕਰਨ ਵਾਲਾ ਬ੍ਰਹਮ ਹੈ, ਤੇ ਸਿੱਖ ਦੀ ਮੰਜ਼ਿਲ ਹੈ ਬ੍ਰਹਮ। ਆਪਾਂ ਬ੍ਰਹਮ ਤੱਕ ਜਾਣਾ ਹੈ, ਬ੍ਰਹਮ ਤੱਕ। ਇਸ ਲਈ ਧੰਨ ਗੁਰਦੇਵ ਪਿਤਾ ਜੀ ਸਾਨੂੰ ਬ੍ਰਹਮ ਤੱਕ ਲਿਜਾਣਾ ਚਾਹੁੰਦੇ ਹਨ। ਵੈਸੇ ਈਸ਼ਵਰ ਦਾ, ਜੀਵ ਦਾ ਤੇ ਬ੍ਰਹਮ ਦਾ ਇਹ ਭੇਦ ਬਹੁਤ ਜ਼ਿਆਦਾ ਵੱਡਾ ਹੈ। ਇਸ ਭੇਦ ਬਾਰੇ ਆਪਾਂ ਅੱਗੇ ਜਾ ਕੇ ਸਮਝਾਂਗੇ। ਅੱਜ ਆਪਾਂ ਇੰਨਾ ਹੀ ਸਮਝਣਾ ਹੈ ਕਿ ਓਅੰਕਾਰ ਵੱਖਰਾ ਹੈ, ਜੀਵ ਵੱਖਰਾ ਹੈ ਤੇ ਈਸ਼ਵਰ ਵੱਖਰਾ ਹੈ। ਈਸ਼ਵਰ ਅਤੇ ਜੀਵ ਆਤਮਾ ਤੇ ਬ੍ਰਹਮ ਹੈ ਸਾਰਾ ਕੁਝ ਇੱਕੋ ਹੀ। ਬਣਾਇਆ ਸਾਰਾ ਕੁਝ ਬ੍ਰਹਮ ਨਹੀਂ ਹੈ, ਪਰ ਫਿਰ ਵੀ ਅਲੱਗ-ਅਲੱਗ ਕੀਤਾ ਹੈ, ਕਿਉਂਕਿ ਮਾਇਆ ਨੂੰ ਵਿੱਚ ਪੈਦਾ ਕੀਤਾ ਹੈ, ਵਿੱਚ ਮਾਇਆ ਵੀ ਖੜੀ ਹੈ ਨਾ। ਇਸ ਲਈ ਮਾਇਆ ਨੇ ਇਹ ਸਾਰਾ ਕੁਝ ਬਣਾਇਆ ਹੈ। ਈਸ਼ਵਰ ਵੀ ਮਾਇਆ ਦੇ ਅਧੀਨ ਹੈ ਤੇ ਆਪਾਂ ਵੀ ਮਾਇਆ ਦੇ ਅਧੀਨ ਹਾਂ। ਈਸ਼ਵਰ ਦੀ ਪਤਨੀ ਹੈ ਲక్ష్ਮੀ, ਲక్ష్ਮੀ ਅਰਥਾਤ ਮਾਇਆ। ਈਸ਼ਵਰ ਨੂੰ ਲక్ష్ਮੀਪਤੀ, ਮਾਇਆਪਤੀ ਵੀ ਆਖਿਆ ਜਾਂਦਾ ਹੈ, ਉਹਨੂੰ ਮਾਧੋ ਵੀ ਆਖਿਆ ਜਾਂਦਾ ਹੈ। ਸਾਰਾ ਕੁਝ ਬ੍ਰਹਮ ਦਾ ਪਸਾਰਾ ਹੈ ਤੇ ਬ੍ਰਹਮ ਨੇ ਹੀ ਸਾਰਾ ਕੁਝ ਪੈਦਾ ਕੀਤਾ ਹੈ ਜੀ। ਸਾਰੀ ਖੇਡ ਆਤਮਿਕ ਦੀ ਹੈ। ਗੁਰਬਾਣੀ ਦੀ ਜਿੰਨੀ ਵੀ ਰਚਨਾ ਹੈ ਇਹ ਆਤਮਿਕ ਹੈ। ਆਤਮ ਪਸਾਰਾ ਕਰਨਹਾਰਾ। ਧੰਨ ਗੁਰੂ ਪਿਤਾ ਨੇ ਆਖਿਆ ਸਾਰਾ ਪਸਾਰਾ ਆਤਮਾ ਦਾ ਹੈ। ਜਾਣਾਂਗੇ ਤਾਂ ਜੇ ਅਸੀਂ ਆਪਣੇ ਗੁਰਦੇਵ ਦੇ ਚਰਨਾਂ ਵਿੱਚ ਜੁੜ ਜਾਵਾਂਗੇ।